ਹੈਲੋ ਸਟੂਡੈਂਟਸ, ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਬੇਟਾ, ਜਿਸ ਤਰ੍ਹਾਂ ਅਸੀਂ ਪਿਛਲੀ ਜੋ ਤੁਹਾਨੂੰ ਇੱਕ ਸੀਰੀਜ਼ ਦਿੱਤੀ ਹੋਈ ਆਪਣੇ ਵੀਡੀਓ ਤੁਸੀਂ ਦੇਖ ਚੁੱਕੇ ਹੋ, ਜਿਸ ਵਿੱਚ ਅਸੀਂ ਫਸਟ ਗੁਰੂ ਸਾਹਿਬਾਨ ਤੋਂ ਲੈ ਕੇ 10ਵੇਂ ਗੁਰੂ ਸਾਹਿਬਾਨ ਬਾਰੇ ਅਸੀਂ ਡਿਟੇਲ 'ਚ ਪੜ੍ਹਿਆ ਸੀ। ਅਤੇ ਇਸ ਵੀਡੀਓ ਦੇ ਵਿੱਚ ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਜਿਹੜਾ ਉਹਨਾਂ ਦੇ ਜੋ ਬੈਟਲ ਸੀ ਉਹਨਾਂ ਦੀ, ਪਲੱਸ ਉਹਨਾਂ ਦੀ ਜੋ ਲਾਈਫ ਹੈ, ਜੋ ਉਹਨਾਂ ਨੇ ਬੈਟਲਸ ਜੋ ਆਪਣੇ ਹੋਈਆਂ ਸੀ ਉਹਨਾਂ ਦੀਆਂ, ਅਤੇ ਕੁਝ ਜਿਹੜਾ ਸੀ ਉਹਨਾਂ ਦੀ ਲਾਈਫ ਉਸ ਤੋਂ ਬਾਅਦ ਜਿਹੜਾ ਸੀ ਕਿਸ ਤਰ੍ਹਾਂ ਦੀ, ਉਸ ਦੇ ਬਾਰੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਬੇਟਾ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਇਹ ਜੋ ਮੈਪ ਹੈ, ਇਹ ਬੇਟਾ 1 ਨਵੰਬਰ 1966 ਦਾ ਆ, ਕਿ ਜਦੋਂ ਭਾਸ਼ਾ ਦੇ ਆਧਾਰ 'ਤੇ ਪੰਜਾਬ ਦੀ ਜਿਹੜੀ ਸੀ ਉਹ ਵੰਡ ਹੋਈ ਸੀ, ਅਤੇ ਪੰਜਾਬੀ ਬੋਲਦੇ ਇਲਾਕੇ ਜਿਹੜੇ ਸੀ ਉਹ ਪੰਜਾਬ ਨੂੰ ਦੇ ਦਿੱਤੇ ਗਏ, ਹਿੰਦੀ ਬੋਲਦੇ ਇਲਾਕੇ ਹਿਮਾਚਲ ਅਤੇ ਹਰਿਆਣਾ ਨੂੰ ਜਿਹੜਾ ਸੀ ਉਹ ਦੇ ਦਿੱਤੇ ਗਏ ਸਨ। ਹੁਣ ਬੇਟਾ ਅਸੀਂ ਕੀ ਦੇਖ ਰਹੇ ਹਾਂ ਇਹਦੇ ਵਿੱਚ ਅਸੀਂ ਇਹ ਦੇਖਣਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਜਿਹੜੀਆਂ ਸੀ ਜੋ 1699 ਤੋਂ ਪਹਿਲਾਂ, ਯਾਨੀ ਕਿ ਖਾਲਸਾ ਪੰਥ ਦੀ ਸਥਾਪਨਾ ਤੋਂ ਪਹਿਲਾਂ ਦੀਆਂ ਜਿਹੜੀਆਂ ਸੀ ਲੜਾਈਆਂ ਸੀ ਉਸ ਦੇ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ। ਜਿਵੇਂ ਕਿ ਬੇਟਾ ਤੁਸੀਂ ਦੇਖ ਰਹੇ ਹੋ ਕਿ ਜੋ ਗੁਰੂ ਸਾਹਿਬਾਨ ਉਹਨਾਂ ਦਾ ਜੋ ਪਹਿਲੀ ਲੜਾਈ ਸੀ ਉਹ ਆਪਣੇ ਪਹਾੜੀ ਰਾਜਾ ਭੀਮ ਚੰਦ ਜੋ ਕਹਿਲੂਰ ਦਾ ਰਾਜਾ ਸੀ ਅਤੇ ਸ਼੍ਰੀਨਗਰ ਦੇ ਫਤਿਹ ਸ਼ਾਹ ਦੇ ਜਿਹੜੇ ਸੀ ਖਿਲਾਫ ਹੋਈ ਸੀ। ਅਤੇ ਜੋ ਪਹਿਲਾ ਯੁੱਧ ਹੋਇਆ ਸੀ ਉਹ ਭੰਗਾਣੀ ਦਾ ਯੁੱਧ ਹੋਇਆ ਸੀ ਗੁਰੂ ਸਾਹਿਬਾਨ ਅਤੇ ਪਹਾੜੀ ਰਾਜਿਆਂ ਨਾਲ। ਇਹ ਕਦੋਂ ਲੜਿਆ ਗਿਆ? 22 ਸਤੰਬਰ 1688 ਨੂੰ। ਅਤੇ ਹੁਣ ਬੇਟਾ ਜੋ ਕੋਈ ਪੁੱਛ ਲੈਂਦਾ ਆ ਕਿ ਭੰਗਾਣੀ ਦਾ ਸਥਾਨ ਕਿੱਥੇ ਆ, ਅਤੇ ਇਹ ਜੋ ਤੁਸੀਂ ਹਿਮਾਚਲ ਦਾ ਜੋ ਮੈਪ ਦੇਖ ਰਹੇ ਹੋ, ਇਹਦੇ ਵਿੱਚ ਇਹਦਾ ਜੋ ਸਿਰਮੌਰ ਜ਼ਿਲ੍ਹਾ ਆ, ਉੱਥੇ ਇੱਕ ਸਥਾਨ ਆ ਭੰਗਾਣੀ, ਜਿੱਥੇ ਗੁਰੂ ਸਾਹਿਬਾਨ ਦੀ ਜੋ ਫਸਟ ਜਿਹੜੀ ਸੀ ਪਹਿਲੀ ਉਹ ਲੜਾਈ ਲੜੀ ਗਈ ਸੀ। ਫਿਰ ਉਸ ਤੋਂ ਬਾਅਦ ਜੋ ਅਗਲਾ ਪੁਆਇੰਟ ਹੈ ਜਾਂ ਅਗਲੀ ਲੜਾਈ ਹੈ ਉਹ ਸੀ ਕਿ ਗੁਰੂ ਸਾਹਿਬਾਨ ਦੀ ਜੋ ਦੂਜੀ ਲੜਾਈ ਹੈ ਉਹ ਨਦੌਨ ਦੀ ਲੜਾਈ ਹੋਈ ਸੀ, ਜੋ ਕਿ 20 ਮਾਰਚ 1600 ਆਪਣੇ 90 ਦੇ ਵਿੱਚ ਇਹ ਲੜੀ ਗਈ ਸੀ। ਅਤੇ ਇਹ ਜਿਹੜੀ ਲੜਾਈ ਸੀ ਉਹ ਆਲਿਫ ਖਾਂ ਦੇ ਖਿਲਾਫ ਜਿਹੜੀ ਸੀ ਉਹ ਲੜੀ ਗਈ ਸੀ, ਅਤੇ ਗੁਰੂ ਸਾਹਿਬਾਨ ਦੀ ਜਿੱਤ ਹੋਈ ਸੀ। ਹੁਣ ਜੇ ਸਾਨੂੰ ਕੋਈ ਪੁੱਛ ਲੈਂਦਾ ਕਿ ਨਦੌਨ ਕਿੱਥੇ ਆ, ਤਾਂ ਉਹ ਜਿਹੜਾ ਸੀ ਹਿਮਾਚਲ ਪ੍ਰਦੇਸ਼ ਦਾ ਜੋ ਹਮੀਰਪੁਰ ਜ਼ਿਲ੍ਹਾ ਆ, ਬਿਆਸ ਨਦੀ ਦੇ ਕੋਲ ਹੈ, ਉੱਥੇ ਜਿਹੜੇ ਸੀ ਇਹ ਲੜਾਈ ਲੜੀ ਗਈ ਸੀ। ਠੀਕ ਹੈ ਬੇਟਾ, ਯਾਨੀ ਕਿ ਮੈਂ ਇਹ ਕਹਿਣਾ ਚਾਹ ਰਿਹਾ ਕਿ ਜੇ ਤੁਹਾਨੂੰ ਲੜਾਈਆਂ ਯਾਦ ਰੱਖਣ 'ਚ ਮੁਸ਼ਕਲ ਆ ਰਹੀ ਹੈ ਤਾਂ ਤੁਸੀਂ ਇਸ ਮੈਪ ਦੀ ਹੈਲਪ ਲੈ ਸਕਦੇ ਹੋ। 1966 ਦਾ ਜੋ ਮੈਪ ਹੈ, ਇਹਦੇ ਵਿੱਚ ਜੋ ਪਹਿਲੀ ਲੜਾਈ ਹੈ ਉਹ ਕਿੱਥੇ ਹੋਈ ਸੀ, ਕਦੋਂ ਹੋਈ ਸੀ, ਕਿਹੜੇ ਜ਼ਿਲ੍ਹੇ 'ਚ ਹੋਈ, ਆਪਣੇ ਰਾਜ 'ਚ ਹੋਈ ਸੀ, ਕਿਹੜਾ ਜ਼ਿਲ੍ਹਾ ਸੀ, ਉਹ ਸਾਰਾ ਤੁਸੀਂ ਦੇਖ ਰਹੇ ਹੋ। ਉਸ ਤੋਂ ਬਾਅਦ ਸੈਕੰਡ ਅਸੀਂ ਜੋ ਚੱਲਦੇ ਹਾਂ ਕਿ ਉਹ ਤਾਂ ਅਸੀਂ ਪਹਿਲਾਂ ਦੇਖ ਲਿਆ ਕਿ ਗੁਰੂ ਸਾਹਿਬਾਨ ਦੀ 1699 ਤੋਂ ਪਹਿਲਾਂ, ਯਾਨੀ ਕਿ ਖਾਲਸਾ ਪੰਥ ਤੋਂ ਪਹਿਲਾਂ ਦੀ ਜਿਹੜੀ ਸੀ ਜੋ ਬੈਟਲਸ ਹੋਈਆਂ ਸੀ ਉਹਨਾਂ ਦੀਆਂ। ਹੁਣ ਉਸ ਤੋਂ ਬਾਅਦ ਜਿਹੜਾ ਸੀ ਕਿ 1699 ਤੋਂ ਬਾਅਦ ਜਦੋਂ ਖਾਲਸਾ ਪੰਥ ਦੀ ਸਥਾਪਨਾ ਹੋ ਜਾਂਦੀ ਹੈ, ਉਸ ਤੋਂ ਬਾਅਦ ਜਿਹੜਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਜਿਹੜੀਆਂ ਉਹ ਕਿਹੜੀਆਂ ਸੀ। ਇਹਦੇ ਵਿੱਚ ਬੇਟਾ ਦੇਖੋ ਮੈਂ ਕੁਝ ਨੰਬਰਿੰਗ ਪਾਈ ਹੋਈ ਹੈ, ਜਿੱਦਾਂ ਨੰਬਰ 1 ਹੈ, ਨੰਬਰ 2 ਹੈ, ਨੰਬਰ 3 ਹੈ, ਨੰਬਰ 4 ਹੈ, ਨੰਬਰ 5 ਹੈ, ਨੰਬਰ 6 ਹੈ। ਇਹ ਬੇਟਾ ਜੋ ਨੰਬਰ ਪਾਏ ਆ ਇਹ ਲੜੀਵਾਰ ਤੁਸੀਂ ਕ੍ਰਮਵਾਰ ਇਸੇ ਤਰ੍ਹਾਂ ਹੀ ਯਾਦ ਰੱਖਣਾ ਆ। ਅਤੇ ਇਹ ਜੋ ਤੁਸੀਂ ਮੈਪ ਦੇਖ ਰਹੇ ਹੋ, ਇਹ ਬੇਟਾ ਜੋ ਸਾਡਾ ਜੋ ਮੈਪ ਆ ਇਹ ਸਾਡੇ ਪੰਜਾਬ ਰਾਜ ਦਾ ਇੱਕ ਜ਼ਿਲ੍ਹਾ ਆ ਜਿਸ ਦਾ ਨਾਮ ਹੈਗਾ ਆ ਰੂਪਨਗਰ, ਜਿਸ ਨੂੰ ਪਹਿਲਾਂ ਅਸੀਂ ਰੋਪੜ ਕਹਿੰਦੇ ਸੀ। ਇਹ ਬੇਟਾ ਬਹੁਤ ਹੀ ਮਹੱਤਵਪੂਰਨ ਜ਼ਿਲ੍ਹਾ ਆ, ਗੁਰੂ ਸਾਹਿਬਾਨ ਨਾਲ ਸੰਬੰਧਿਤ ਹੈ। ਅਤੇ ਇਹਦੇ ਵਿੱਚ ਹੁਣ ਅਸੀਂ ਦੇਖਦੇ ਹਾਂ ਕਿ ਜੋ 1699 ਤੋਂ ਬਾਅਦ ਦੀ ਜੋ ਬੈਟਲਸ ਹੋਈ ਸੀ, ਉਹਦੇ ਵਿੱਚ ਜੋ ਪਹਿਲੀ ਜੋ ਲੜਾਈ ਜਿਹੜੀ ਸੀ ਉਹ ਲੜੀ ਗਈ ਸੀ, ਉਹ ਆਪਣੇ ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਹੋਈ ਸੀ 1701 ਦੇ ਵਿੱਚ। ਉਸ ਵੇਲੇ ਕੌਣ ਸੀ? ਪਹਾੜੀ ਰਾਜਾ ਜਿਹੜਾ ਸੀ ਭੀਮ ਚੰਦ, ਉਹਦੇ ਮਤਲਬ ਨਾਲ ਜਿਹੜੀ ਸੀ ਅਨੰਦਪੁਰ ਸਾਹਿਬ ਦੀ ਪਹਿਲੀ ਜਿਹੜੀ ਸੀ ਲੜਾਈ ਉਹ ਲੜੀ ਗਈ ਸੀ। ਅਤੇ ਇਸ ਲੜਾਈ ਦੇ ਵਿੱਚ ਜਿਹੜਾ ਸੀ ਜਦੋਂ ਭੀਮ ਚੰਦ ਨੇ ਦੇਖਿਆ ਕਿ ਉਹ ਹਾਰ ਰਿਹਾ ਆ, ਤਾਂ ਉਸਨੇ ਗੁਰੂ ਸਾਹਿਬਾਨ ਨਾਲ ਜਿਹੜੇ ਸੀ ਉਹ ਸੰਧੀ ਕਰ ਲਈ ਸੀ। ਅਨੰਦਪੁਰ ਸਾਹਿਬ ਦੀ ਜਿਹੜੀ ਸੀ ਜੋ ਪਹਿਲੀ ਲੜਾਈ ਹੈ, ਉਸ ਤੋਂ ਬਾਅਦ ਗੁਰੂ ਸਾਹਿਬਾਨ ਹੋਣਾ ਨਾਲ ਜਿਹੜਾ ਸੀ ਜੋ ਪਹਾੜੀ ਰਾਜਿਆਂ ਨੇ ਜੋ ਸੋਚਿਆ ਕਿ ਵੀ ਸਾਡੇ ਇਕੱਲਿਆਂ ਦੇ ਵੱਸ ਦੀ ਗੱਲ ਨਹੀਂ ਹੈਗੀ, ਫਿਰ ਉਹਨਾਂ ਨੇ ਮੁਗਲਾਂ ਨਾਲ ਜਿਹੜਾ ਸੀ ਸਮਝੌਤਾ ਕੀਤਾ। ਅਤੇ ਫਿਰ ਦੂਜੀ ਜਿਹੜੀ ਸੀ ਬੈਟਲ ਹੋਈ ਹੈ ਉਹਨਾਂ ਦੀ ਨਿਰਮੋਹ ਦੀ ਲੜਾਈ ਹੋਈ ਸੀ 1702 ਦੇ ਵਿੱਚ, ਇਹ ਰੋਪੜ ਜ਼ਿਲ੍ਹੇ ਦੇ ਵਿੱਚ ਹੀ ਹੋਈ ਆ। ਤਾਂ ਉਦੋਂ
ਖਿਲਾਫ ਆ ਗਏ ਸੀ ਕਿ ਪਹਾੜੀ ਰਾਜੇ ਪਲੱਸ ਮੁਗਲ ਨਾਲ ਆ ਗਏ। ਅਤੇ ਇਸ ਲੜਾਈ ਦੇ ਵਿੱਚ ਦਾ ਨਤੀਜਾ ਕੀ ਨਿਕਲਿਆ ਕਿ ਇਹਦੇ ਵਿੱਚ ਸਾਡੇ ਜੋ ਗੁਰੂ ਸਾਹਿਬਾਨ ਉਹਨਾਂ ਦੀ ਜਿਹੜੀ ਸੀ ਜਿੱਤ ਹੋਈ ਸੀ। ਫਿਰ ਨਿਰਮੋਹ ਤੋਂ ਬਾਅਦ 3 ਨੰਬਰ 'ਤੇ ਅਸੀਂ ਆ ਰਹੇ ਹਾਂ ਕਿ ਬਸੌਲੀ ਦੀ ਲੜਾਈ ਹੋਈ ਸੀ 1702 ਦੇ ਵਿੱਚ, ਯਾਨੀ ਕਿ ਗੁਰੂ ਸਾਹਿਬਾਨ ਦੀ ਜਦੋਂ ਰੋਪੜ ਤੋਂ ਫਿਰ ਉਹ ਚਲ ਗਏ ਸੀ ਜੰਮੂ ਕਸ਼ਮੀਰ, ਇੱਕ ਕਠੂਆ ਜ਼ਿਲ੍ਹਾ ਆ ਉੱਥੇ ਚਲੇ ਗਏ। ਅਤੇ ਉਸ ਜਿਹੜਾ ਸੀ ਕਿ ਜ਼ਿਲ੍ਹੇ ਉਦੋਂ ਜਿਹੜੀ ਬਸੌਲੀ ਦੀ ਲੜਾਈ ਹੋਈ ਸੀ, ਇਹ ਲੜਾਈ ਵੀ ਜਿਹੜਾ ਸੀ ਜੋ ਭੀਮ ਚੰਦ ਆ ਉਹ ਫਿਰ ਆਪਣੀ ਉਹ ਇੱਕ ਉਹਨੂੰ ਨਮੋਸ਼ੀ ਹੋ ਗਈ ਸੀ ਕਿ ਮੈਂ ਵਾਰ-ਵਾਰ ਹਾਰ ਰਿਹਾ, ਉਹ ਫਿਰ ਦੁਬਾਰਾ ਲੜਨ ਗਿਆ। ਇੱਥੇ ਵੀ ਜਿਹੜਾ ਸੀ ਉਹਨੂੰ ਹਾਰ ਦਾ ਸਾਹਮਣਾ ਜਿਹੜਾ ਸੀ ਭੀਮ ਚੰਦ ਨੂੰ ਕਰਨਾ ਪਿਆ। ਉਸ ਤੋਂ ਬਾਅਦ ਗੁਰੂ ਸਾਹਿਬਾਨ ਵਾਪਸ ਜਿਹੜਾ ਸੀ ਕਿ ਕਠੂਆ ਤੋਂ ਮੁੜ ਕੇ ਜਿਹੜਾ ਸੀ ਉਹ ਅਨੰਦਪੁਰ ਸਾਹਿਬ ਆ ਗਏ। ਅਤੇ ਫਿਰ ਅਨੰਦਪੁਰ ਸਾਹਿਬ ਜਿਹੜਾ ਸੀ ਉਹਨਾਂ ਦੀ ਚੌਥੀ ਲੜਾਈ ਹੋਈ ਸੀ ਗੁਰੂ ਸਾਹਿਬਾਨ ਦੀ 1704 ਦੇ ਵਿੱਚ। ਤਾਂ ਉਸ ਵੇਲੇ ਵੀ ਪਹਾੜੀ ਰਾਜੇ ਪਲੱਸ ਮੁਗਲ ਜਿਹੜਾ ਸੀ ਦੋਨੋਂ ਸੀ। ਅਤੇ ਉਹਨਾਂ ਨੇ ਕੀ ਕੀਤਾ ਸੀ ਕਿ ਜੋ ਸਾਡੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਆ ਉਹਨੂੰ ਘੇਰ ਲਿਆ ਸੀ, ਅਤੇ ਜੋ ਕਿ ਮਈ ਤੋਂ ਲੈ ਕੇ ਦਸੰਬਰ ਤੱਕ ਜਿਹੜਾ ਸੀ ਯੁੱਧ ਚੱਲਦਾ ਰਿਹਾ। ਅਤੇ ਇਸ ਲੜਾਈ ਦੇ ਵਿੱਚ ਹੀ ਜੋ 40 ਸਿੱਖ ਸੀ, ਗੁਰੂ ਸਾਹਿਬਾਨ ਦੇ ਨਾਲ ਕੁਝ 40 ਸਿੱਖ ਸੀ, ਉਹ ਆਪਣਾ ਬਿਦਾਵਾ ਲਿਖ ਕੇ ਦੇ ਗਏ ਸੀ ਕਿ ਅਸੀਂ ਤੁਹਾਡੇ ਸਿੱਖ ਨਹੀਂ, ਤੁਸੀਂ ਸਾਡੇ ਗੁਰੂ ਨਹੀਂ। ਅਤੇ ਇਸ ਤੋਂ ਬਾਅਦ ਜਿਹੜਾ ਸੀ ਕਿ ਬਾਅਦ ਵਿੱਚ ਜਦੋਂ ਉਹਨਾਂ ਦਾ ਘੇਰਾ ਚੱਲਦਾ ਰਿਹਾ ਅਤੇ 20 ਦਸੰਬਰ ਨੂੰ, ਯਾਨੀ ਕਿ 20 ਦਸੰਬਰ ਨੂੰ ਮਾਤਾ ਗੁਜਰੀ ਜੀ ਅਤੇ ਕੁਝ ਹੋਰ ਸਾਡੇ ਜਿਹੜਾ ਸੀ ਜੋ ਸਿੱਖਾਂ ਦੇ ਕਹਿਣ 'ਤੇ ਜਿਹੜਾ ਸੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਆਪਣੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਜਿਹੜਾ ਸੀ ਉਹ ਛੱਡ ਦਿੱਤਾ। ਜਿੱਦਾਂ ਹੀ ਉਹਨਾਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਫਿਰ ਉਹ ਪਹੁੰਚੇ ਸ਼ਾਹੀ ਟਿੱਬੀ। ਸ਼ਾਹੀ ਟਿੱਬੀ ਦੇ ਵਿੱਚ ਮੁਗਲ ਜਿਹੜਾ ਸੀ ਉਹਨਾਂ ਦਾ ਪਿੱਛਾ ਕਰ ਰਹੇ ਸੀ। ਅਤੇ ਉੱਥੇ ਜਿਹੜਾ ਸੀ ਉਹਨਾਂ ਦਾ ਫਿਰ ਜੋ ਮੁਗਲਾਂ ਨਾਲ ਯੁੱਧ ਹੋਇਆ ਅਤੇ ਕਈ ਸਿੱਖ ਸ਼ਹੀਦ ਹੋਏ। ਫਿਰ ਅੱਗੇ ਚੱਲਦੇ ਜਦੋਂ ਸਰਸਾ ਜਿਹੜਾ ਸੀ ਆਪਣੇ ਨਦੀ, ਉਹਦੇ ਵਿੱਚ ਬਹੁਤ ਜ਼ਿਆਦਾ ਹੜ੍ਹ ਆਇਆ ਹੋਇਆ ਸੀ। ਅਤੇ ਜਦੋਂ ਉਸ ਦੇ ਵਿੱਚ ਜਿਹੜਾ ਸੀ ਕਿ ਗੁਰੂ ਸਾਹਿਬਾਨ ਦੇ ਜਿਹੜੇ ਸੀ 2 ਛੋਟੇ ਸਾਹਿਬਜ਼ਾਦੇ ਸੀ, ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਅਤੇ ਮਾਤਾ ਜੀ ਜਿਹੜੇ ਸੀ ਇੱਥੇ ਵਿਛੜ ਗਏ। ਉਹਨਾਂ ਦੇ ਜੋ ਕੀਮਤੀ ਸਿੱਖ ਸਾਹਿਤ ਜਿਹੜਾ ਸੀ ਉਹ ਸਾਰਾ ਰੁੜ ਗਿਆ। ਅਤੇ ਜਿਹੜੇ ਆਪਣੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ, ਉਹਨਾਂ ਨੂੰ ਗੰਗੂ ਬ੍ਰਾਹਮਣ ਜਿਹੜਾ ਸੀ ਪਹਿਲਾਂ ਆਪਣੇ ਘਰ ਲੈ ਗਿਆ। ਫਿਰ ਚੰਦ ਕੋ ਮੋਹਰਾ ਬਦਲੇ ਜਿਹੜਾ ਸੀ ਕਿ ਉਸਨੇ ਉਹਨਾਂ ਨੂੰ ਵਜ਼ੀਰ ਖਾਂ ਹਵਾਲੇ ਕਰ ਦਿੱਤਾ। ਅਤੇ ਜਿੱਥੇ ਜਿਹੜਾ ਸੀ ਛੋਟੇ ਸਾਹਿਬਜ਼ਾਦੇ ਜਿਹੜਾ ਸੀ ਉਹਨਾਂ ਨੂੰ 27 ਦਸੰਬਰ ਨੂੰ ਆਪਣੇ ਨੀਹਾਂ ਦੇ ਵਿੱਚ ਜਿੰਦਾ ਚਿਣਵਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਗੁਰੂ ਸਾਹਿਬਾਨ ਦੀ ਜਦੋਂ ਅਨੰਦਪੁਰ ਸਾਹਿਬ ਦੀ ਉਹਨਾਂ ਦੀ ਜੋ ਦੂਜੀ ਲੜਾਈ ਹੋਈ ਹੈ, ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਆ ਗਏ ਚਮਕੌਰ ਸਾਹਿਬ। ਚਮਕੌਰ ਸਾਹਿਬ ਦੇ ਵਿੱਚ ਜਦੋਂ ਗੁਰੂ ਸਾਹਿਬ ਆਏ ਤਾਂ ਉਦੋਂ ਵੀ ਜਿਹੜੇ ਮੁਗਲ ਸੀ ਉਹਨਾਂ ਦੇ ਗੁਰੂ ਸਾਹਿਬਾਨ ਉਹਨਾਂ ਦੇ ਪਿੱਛੇ ਲੱਗੇ ਹੋਏ ਸੀ। ਯਾਨੀ ਕਿ ਬੇਟਾ ਹੁਣ ਅਸੀਂ ਇੱਕ ਚੀਜ਼ ਨੂੰ ਸਮਝੋ ਕਿ ਅਸੀਂ ਸਟੈਪ ਬਾਏ ਸਟੈਪ ਅੱਗੇ ਚੱਲਦੇ ਜਾ ਰਹੇ ਹਾਂ ਕਿ ਅੱਗੇ ਕੀ ਹੋ ਰਿਹਾ ਆ। ਫਿਰ ਉਸ ਤੋਂ ਬਾਅਦ 22 ਦਸੰਬਰ 1704 ਨੂੰ ਚਮਕੌਰ ਸਾਹਿਬ ਦੀ ਲੜਾਈ ਹੋਈ। ਇਸ ਲੜਾਈ ਦੇ ਵਿੱਚ ਜਿਹੜਾ ਸੀ ਸਾਡੇ 2 ਵੱਡੇ ਸਾਹਿਬਜ਼ਾਦੇ ਜਿਹੜੇ ਆ ਅਜੀਤ ਸਿੰਘ ਅਤੇ ਜੁਝਾਰ ਸਿੰਘ ਜਿਹੜਾ ਸੀ ਉਹ ਸ਼ਹੀਦ ਹੋ ਗਏ ਸੀ। ਇੱਕ ਦੇਖੋ ਕਿੰਨਾ ਹੌਸਲਾ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਕਿ ਉਹਨਾਂ ਨੇ ਸਿੱਖ ਧਰਮ ਦੀ ਖਾਤਰ ਆਪਣੇ ਜਿਹੜਾ ਸੀ 4 ਪੁੱਤਰ ਜਿਹੜੇ ਸੀ ਉਹ ਵਾਰ ਦਿੱਤੇ। ਫਿਰ ਉਸ ਤੋਂ ਬਾਅਦ ਅੱਗੇ ਅਸੀਂ ਚੱਲਦੇ ਹਾਂ ਕਿ ਇਹ ਜੋ ਲੜਾਈਆਂ ਤੋਂ ਬਾਅਦ ਜਿਹੜੇ ਗੁਰੂ ਸਾਹਿਬਾਨ ਸੀ ਉਹਨਾਂ ਦਾ ਜੋ ਲੜਾਈਆਂ ਅਤੇ ਕੁਛ ਜੀਵਨ ਬਾਰੇ ਵੀ ਗੱਲ ਅਸੀਂ ਕਰਨ ਲੱਗੇ ਹਾਂ। ਯਾਨੀ ਕਿ ਜਦੋਂ ਚਮਕੌਰ ਸਾਹਿਬ ਦੀ ਲੜਾਈ ਹੋਈ ਉਹਦੇ ਵਿੱਚ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਪੰਜਾਬ ਆ ਗਏ। ਆਹ ਜੋ ਬੇਟਾ ਨਕਸ਼ਾ ਆਪਾਂ ਦੇਖ ਰਹੇ ਹਾਂ ਇਹ ਪੰਜਾਬ ਦਾ ਨਕਸ਼ਾ ਆ। ਆਹ ਜੋ ਜ਼ਿਲ੍ਹਾ ਮੈਂ ਨਹੀਂ ਲਿਖਿਆ ਹੋਇਆ ਇਹ ਸੰਗਰੂਰ ਜ਼ਿਲ੍ਹਾ ਆ। ਆਹ ਜਿਹੜਾ ਉੱਪਰ ਹੈ ਇਹ ਮਲੇਰਕੋਟਲਾ ਜੋ ਸਾਡਾ 23ਵਾਂ ਨਵਾਂ ਜ਼ਿਲ੍ਹਾ ਬਣਿਆ ਆ। ਉਸ ਤੋਂ ਬਾਅਦ ਗੁਰੂ ਸਾਹਿਬਾਨ ਜਿਹੜੇ ਆ ਉਹ ਚਮਕੌਰ ਸਾਹਿਬ ਤੋਂ ਮਾਛੀਵਾੜਾ ਆ ਗਏ। ਹੁਣ ਜੇ ਪੁੱਛੋ ਕਿ ਮਾਛੀਵਾੜਾ ਜੰਗਲ ਜਿਹੜੇ ਸੀ ਉਹ ਕਿੱਥੇ ਸੀ, ਉਹ ਲੁਧਿਆਣਾ ਜ਼ਿਲ੍ਹਾ ਜਿਹੜਾ ਆ ਉਹਦੇ ਵਿੱਚ ਮਾਛੀਵਾੜਾ ਦੇ ਜੰਗਲ ਹੈ। ਉੱਥੇ ਮਾਛੀਵਾੜਾ ਦੇ ਜੰਗਲ 'ਚ ਆਏ। ਇੱਥੇ ਜਿਹੜਾ ਸੀ ਮੁਗਲ ਫਿਰ ਵੀ ਹਾਲੇ ਪਿੱਛੇ ਲੱਗੇ ਹੋਏ ਸੀ ਅਤੇ ਗੁਰੂ ਸਾਹਿਬਾਨ ਨੂੰ 2 ਭਰਾ ਸੀ ਨਵੀ ਖਾਂ ਅਤੇ ਗਨੀ ਖਾਂ, ਉਹਨਾਂ ਨੂੰ ਉੱਚੇ ਦਾ ਪੀਰ ਕਹਿ ਕੇ ਜਿਹੜਾ ਸੀ ਉੱਥੋਂ ਮਤਲਬ ਲੈ ਗਏ ਸੀ। ਮਾਛੀਵਾੜਾ ਦੇ ਜੰਗਲਾਂ ਤੋਂ ਬਾਅਦ ਗੁਰੂ ਸਾਹਿਬਾਨ ਜਿਹੜੇ ਆ ਉਹ ਪਹੁੰਚੇ ਆਪਣੇ ਦੀਨਾ ਕਾਂਗੜ ਇੱਕ ਜਗ੍ਹਾ ਸੀ ਜੋ ਕਿ ਬਠਿੰਡੇ ਜ਼ਿਲ੍ਹੇ ਦੇ ਵਿੱਚ ਹੈ, ਉੱਥੇ ਪਹੁੰਚੇ। ਇੱਥੇ ਆ ਕੇ ਉਹਨਾਂ ਨੇ ਜਿਹੜਾ ਸੀ ਔਰੰਗਜ਼ੇਬ ਨੂੰ ਫਾਰਸੀ ਭਾਸ਼ਾ ਦੇ ਵਿੱਚ ਜਿਹੜਾ ਸੀ ਜ਼ਫਰਨਾਮਾ ਲਿਖਿਆ ਸੀ। ਅਤੇ ਉਹ ਜਿਹੜੀ ਸੀ ਆਪਣੇ ਜ਼ਫਰਨਾਮਾ ਆ ਉਹ ਦਇਆ ਸਿੰਘ ਅਤੇ ਧਰਮ ਸਿੰਘ ਦੇ ਹੱਥ ਭੇਜਿਆ ਸੀ ਗੁਰੂ ਸਾਹਿਬਾਨ ਨੇ। ਬਠਿੰਡੇ ਤੋਂ ਬਾਅਦ ਮੁਗਲਾਂ ਨੂੰ ਪਤਾ ਚੱਲਿਆ ਕਿ ਗੁਰੂ ਸਾਹਿਬਾਨ ਜਿਹੜੇ ਸੀ ਉਹ ਆਪਣੇ ਬਠਿੰਡੇ ਰੁਕੇ ਹੋਏ ਆ।
ਫਿਰ ਉਸ ਤੋਂ ਬਾਅਦ ਜੋ ਮੁਗਲ ਜਿਹੜੇ ਸੀ ਫਿਰ ਉਹਨਾਂ ਦੇ ਮਤਲਬ ਪਿੱਛੇ ਪਏ ਅਤੇ 29 ਦਸੰਬਰ 1705 ਨੂੰ ਖਿਦਰਾਣਾ ਦੀ ਲੜਾਈ ਹੋਈ ਸੀ। ਯਾਨੀ ਕਿ ਖਿਦਰਾਣਾ ਜੋ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਮਤਲਬ ਜਿਹੜਾ ਸੀ ਉਹਦਾ ਜੋ ਪੁਰਾਣਾ ਨਾਮ ਸੀ, ਅਤੇ ਇੱਥੇ ਜਿਹੜਾ ਸੀ ਵਜ਼ੀਰ ਖਾਂ ਜਿਹੜਾ ਸੀ ਉਹ ਗੁਰੂ ਸਾਹਿਬਾਨ ਦੇ ਖਿਲਾਫ ਸੀ। ਅਤੇ ਇਸ ਲੜਾਈ ਦੇ ਵਿੱਚ ਉਹ 40 ਸਿੱਖ ਜਿਹੜੇ ਵਿਦਾਵਾ ਦੇ ਗਏ ਸੀ ਉਹ ਦੁਬਾਰਾ ਆਏ, ਯੁੱਧ ਕੀਤਾ, ਸ਼ਹੀਦੀਆਂ ਪਾਈਆਂ, ਅਤੇ ਜਿਹੜਾ ਵਿਦਾਵਾ ਸੀ ਗੁਰੂ ਸਾਹਿਬਾਨ ਨੂੰ ਬੇਨਤੀ ਕੀਤੀ ਤਾਂ ਉਹਨਾਂ ਨੇ ਵਿਦਾਵਾ ਜਿਹੜਾ ਸੀ ਉਹ ਪਾੜ ਦਿੱਤਾ ਸੀ, ਅਤੇ ਉਹਨਾਂ ਨੂੰ ਕਿਹਾ ਸੀ ਕਿ 40 ਮੁਕਤਿਆਂ ਤੋਂ ਹੀ ਮੁਕਤਸਰ ਸਾਹਿਬ ਜਿਹੜਾ ਸੀ ਇਹ ਸਾਡਾ ਜਿਹੜਾ ਸੀ ਜ਼ਿਲ੍ਹਾ ਉਹ ਵਸਿਆ ਸੀ। ਖਿਦਰਾਣਾ ਤੋਂ ਮੁਕਤਸਰ ਸਾਹਿਬ। ਖਿਦਰਾਣਾ ਦੀ ਜਿਹੜੀ ਸੀ ਆਪਣੀ ਲੜਾਈ ਤੋਂ ਬਾਅਦ ਗੁਰੂ ਸਾਹਿਬਾਨ ਫਿਰ ਦੁਬਾਰਾ ਬਠਿੰਡੇ ਆਏ, ਫਿਰ ਉਹ ਤਲਵੰਡੀ ਸਾਬੋ ਪਹੁੰਚੇ। ਤਲਵੰਡੀ ਸਾਬੋ ਜਿਹੜਾ ਸੀ ਆ ਕੇ ਉਹਨਾਂ ਨੇ ਜੋ ਇੱਥੇ 9 ਮਹੀਨੇ ਰੁਕੇ ਸੀ, ਅਤੇ ਆਦਿ ਗ੍ਰੰਥ ਜਿਹੜਾ ਸੀ ਉਹਨਾਂ ਨੇ ਅੰਤਿਮ ਰੂਪ ਦਿੱਤਾ ਅਤੇ 9ਵੇਂ ਗੁਰੂ ਸਾਹਿਬਾਨ ਜਿਹੜਾ ਸੀ ਉਹਨਾਂ ਦੇ ਸ਼ਬਦਾਂ ਨੂੰ ਸ਼ਾਮਿਲ ਜਿਹੜਾ ਸੀ ਉਹ ਕੀਤਾ ਸੀ। ਅਤੇ ਬੇਟਾ ਜੇ ਤੁਹਾਨੂੰ ਕੋਈ ਪੁੱਛ ਲੈਂਦਾ ਕਿ ਤਲਵੰਡੀ ਸਾਬੋ ਹੋਰ ਉਹਨਾਂ ਦਾ ਕੀ ਨਾਮ ਹੈ, ਤਾਂ ਤੁਸੀਂ ਕਹਿ ਸਕਦੇ ਸੀ ਕਿ ਦਮਦਮਾ ਸਾਹਿਬ ਜਾਂ ਗੁਰੂ ਕੀ ਕਾਂਛੀ। ਅਤੇ ਇਹ ਜਿਹੜਾ ਸੀ ਸਥਾਨ ਹੈ ਉਹ ਸਾਡੇ ਬਠਿੰਡੇ ਦੇ ਵਿੱਚ ਜਿਹੜਾ ਸੀ ਜ਼ਿਲ੍ਹੇ ਦੇ ਵਿੱਚ ਉਹ ਸਥਿਤ ਹੈ, ਜੋ ਤੁਸੀਂ ਦੇਖ ਰਹੇ ਹੋ ਬਠਿੰਡੇ ਜ਼ਿਲ੍ਹੇ 'ਚ ਹੈ। ਅਤੇ ਇਹ ਜੋ ਨੰਬਰਿੰਗ ਪਾਈ ਹੋਈ ਹੈ, ਯਾਨੀ ਕਿ ਪਹਿਲਾਂ ਤੁਸੀਂ ਪਿੱਛੇ ਦੇਖਿਆ ਸੀ ਕਿ 6 ਨੰਬਰ 'ਤੇ ਚਮਕੌਰ ਸਾਹਿਬ, ਉਸ ਤੋਂ ਬਾਅਦ ਨੰਬਰ 7 'ਤੇ ਤੁਸੀਂ ਦੇਖ ਰਹੇ ਹੋ ਕਿ ਚਮਕੌਰ ਸਾਹਿਬ ਤੋਂ ਬਾਅਦ ਮਾਛੀਵਾੜਾ, ਫਿਰ ਉਸ ਤੋਂ ਬਾਅਦ ਦੀਨਾ ਕਾਂਗੜ ਆਏ 8, ਫਿਰ ਖਿਦਰਾਣੇ ਦੀ ਲੜਾਈ ਹੋਈ 9 ਨੰਬਰ, ਫਿਰ ਉਸ ਤੋਂ ਬਾਅਦ ਤਲਵੰਡੀ ਸਾਬੋ ਜਿਹੜਾ ਸੀ ਦਮਦਮਾ ਸਾਹਿਬ ਜਾਂ ਗੁਰੂ ਦੀ ਕਾਂਛੀ ਜਿਹੜਾ ਸੀ ਉੱਥੇ ਆ ਗਏ ਸੀ। ਇਹ ਬੇਟਾ ਉਹਨਾਂ ਦਾ ਜੀਵਨ ਹੈ। ਅਤੇ ਇਸ ਤਰ੍ਹਾਂ ਜਦੋਂ 1705 ਆਪਣੇ 6 ਦੇ ਵਿੱਚ ਉਹ ਬਠਿੰਡੇ ਰਹੇ ਆ, ਫਿਰ 8 ਦੇ ਵਿੱਚ ਜਿਹੜਾ ਸੀ ਉਹ ਨੰਦੇੜ ਚਲੇ ਗਏ, ਅਤੇ ਜਿੱਥੇ ਉਹਨਾਂ ਨੂੰ ਜਿਹੜਾ ਸੀ ਆਪਣੇ 7 ਅਕਤੂਬਰ ਨੂੰ 1708 ਨੂੰ 2 ਪਠਾਣਾਂ ਨੇ ਜਿਹੜਾ ਸੀ ਛੁਰਾ ਮਾਰ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਇਹ ਬੇਟਾ ਕੁਝ ਸਾਨੂੰ ਗੁਰੂ ਸਾਹਿਬਾਨ ਦੀਆਂ ਕੁਝ ਲੜਾਈਆਂ ਸੀ, ਕੁਝ ਉਹਨਾਂ ਦੇ ਜੀਵਨ ਬਾਰੇ ਸੀ ਕਿ ਜਿਨ੍ਹਾਂ ਨੂੰ ਅਸੀਂ ਇੱਕ ਕ੍ਰਮ ਅਨੁਸਾਰ ਕਿਸ ਤਰ੍ਹਾਂ ਸਮਝਣਾ ਸੀ ਕਿ ਅੱਗੇ ਕੀ ਹੋਇਆ, ਉਹਨੂੰ ਅਸੀਂ ਤੁਹਾਡੇ ਤੱਕ ਜਿਹੜਾ ਸੀ ਆਸਾਨ ਭਾਸ਼ਾ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਹੋਰ ਵੀ ਅੱਗੇ ਵੀਡੀਓ ਆਉਂਦੀਆਂ ਰਹਿਣਗੀਆਂ। ਤਦ ਤੱਕ ਲਈ ਧੰਨਵਾਦ।